हेलो स्टूडेंट्स, वेलकम टू हिस्ट्री क्लास। साडा क्वेश्चन चल रहा सी 1799 ईस्वी की फ्रांसीसी क्रांति के कारणों का वर्णन करो। पिछली क्लास विच असी इस क्रांति के राजनीतिक कारणों की चर्चा की। अज असी इस क्रांति के लिए जिम्मेवार समाजिक कारणों समझांगे। समाजिक कारणों विच पहला है कुलीन वर्ग की अलोकप्रियता। फ्रांस का समाज उन दिनों विच 3 श्रेणियां विच वंडिया होया सी। पादरी, जागीरदार अते जनसाधारण यानी आम लोग। पादरी अते जागीरदार फ्रांस की जनसंख्या का केवल 2% सन अते वो कुलीन वर्ग विच आउंदे सन। परंतु देश की संपत्ति का बहुत वड्डा भाग उन्हां दे कोल सी। इन्हां 2 श्रेणियां नूं विशेष अधिकार भी प्राप्त सन। जागीरदार पुराने सामंतां की तरह अपने किसानां दे झगड़ियां का फैसला करते सन। वो उन्हां तों अनेक तरह दीयां सेवावां अते कर लैंदे सन। वो उन्हां दे खेतां विच शिकार करना अपना अधिकार मनते सन। राज दरबार विच भी जागीरदारां नूं विशेष सम्मान प्राप्त सी। राजा राज अते सेना दे उच्चे अहुदियां ते केवल उन्हां दी संतानां नूं ही नियुक्त किया जाता सी। कर दे मामले विच भी उन्हां नूं भारी छूट प्राप्त सी। जागीरदार की तरह उच्च वर्ग के पादरी भी अमीर अते प्रभावशाली सन। भारी आमदन के बावजूद भी वो सरकार नूं कर नहीं देंदे सन। हौली हौली नवीं विचारधारावां का प्रसार होने नाल जनता नूं कुलीन वर्ग के विशेष अधिकार, उन्हां दा विलासपूर्ण जीवन अते समाज विच उन्हां दा प्रभाव आदि अनुचित दिखाई देण लग पए। जनसाधारण विच कुलीन वर्ग की यह अलोकप्रियता फ्रांस की क्रांति का महत्वपूर्ण कारण सिद्ध हुई। समाजिक कारणों विच दूजा है किसानां की तरसयोग स्थिति। फ्रांस की जनसंख्या के 80% लोग किसान सन। इन्हां विचों केवल 25% भूमि के मालिक सन, जबकि 75% दे कोल भूमि नहीं सी। भूमिपतियां विच भी कई किसान अजिहे सन जिन्हां नूं घट भूमि के कारण भरपेट खाना भी नसीब नहीं होंदा सी। भूमिहीन किसानां की दशा तां और भी ज़्यादा तरसयोग सी। फ्रांस विच वड्डे वड्डे फार्म बनन ते वो चारे, ईंधन अते भोजन संबंधी सुविधावां तो वांझे हो गए सन। अकाल, सूखा ते मंदा पै जाण की स्थिति विच तां किसानां दे लई जीवन जीना और भी मुश्किल हो जाता सी।
ਇਸ ਦੇ ਬਾਵਜੂਦ ਵੀ ਉਹਨਾਂ ਨੂੰ ਚਰਚ ਕਰ, ਭੂਮੀ ਕਰ, ਆਮਦਨ ਕਰ, ਨਮਕ ਕਰ ਅਤੇ ਹੋਰ ਕਈ ਤਰ੍ਹਾਂ ਦੇ ਕਰ ਸਰਕਾਰ ਨੂੰ ਦੇਣੇ ਪੈਂਦੇ ਸਨ। ਸਿੱਟੇ ਵਜੋਂ ਉਹਨਾਂ ਦੇ ਕੋਲ ਆਪਣੀ ਆਮਦਨ ਦਾ ਕੇਵਲ 20% ਹੀ ਰਹਿ ਜਾਂਦਾ ਸੀ। ਆਪਣੀ ਇਸ ਤਰਸਯੋਗ ਅਵਸਥਾ ਜਾਂ ਸਥਿਤੀ ਤੋਂ ਛੁਟਕਾਰਾ ਪਾਉਣ ਦੇ ਲਈ ਹੀ ਕਿਸਾਨਾਂ ਨੇ ਇਸ ਕ੍ਰਾਂਤੀ ਵਿੱਚ ਭਾਗ ਲਿਆ ਸੀ। ਅਗਲਾ ਕਾਰਨ ਹੈ ਮੱਧ ਵਰਗ ਦੀ ਵੱਧਦੀ ਹੋਈ ਸ਼ਕਤੀ। ਫਰਾਂਸ ਵਿੱਚ ਵਪਾਰ ਅਤੇ ਉਦਯੋਗ ਵਿੱਚ ਉੱਨਤੀ ਹੋਣ ਨਾਲ ਸਮਾਜ ਵਿੱਚ ਮੱਧ ਵਰਗ ਨਾਂ ਦਾ ਇੱਕ ਨਵੇਂ ਵਰਗ ਦਾ ਜਨਮ ਹੋਇਆ। ਇਸ ਵਰਗ ਵਿੱਚ ਨਾ ਕੇਵਲ ਅਮੀਰ ਵਪਾਰੀ ਅਤੇ ਉਦਯੋਗਪਤੀ ਹੀ ਸਨ, ਬਲਕਿ ਪ੍ਰਭਾਵਸ਼ਾਲੀ ਵਕੀਲ, ਡਾਕਟਰ, ਇੰਜੀਨੀਅਰ ਅਤੇ ਰਾਜ ਦੇ ਅਧਿਕਾਰੀ ਵੀ ਸਨ। ਧਨ ਅਤੇ ਸਿੱਖਿਆ ਦੀ ਦ੍ਰਿਸ਼ਟੀ ਨਾਲ ਉਹ ਖੁਦ ਨੂੰ ਕੁਲੀਨ ਵਰਗ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸਮਝਦੇ ਸਨ। ਇਸ ਤੋਂ ਇਲਾਵਾ ਉਹ ਪੜ੍ਹੇ ਅਤੇ ਸੱਭਿਅ ਵੀ ਸਨ। ਅਜਿਹੇ ਲੋਕਾਂ ਦੇ ਲਈ ਸਮਾਜ ਅਤੇ ਸਰਕਾਰ ਵਿੱਚ ਸਨਮਾਨ ਦੀ ਉਮੀਦ ਕਰਨਾ ਸੁਭਾਵਿਕ ਸੀ। 1760 ਈਸਵੀ ਤੱਕ ਤਾਂ ਉਹ ਵਿਆਹ ਦੁਆਰਾ ਜਾਂ ਪਦ ਖਰੀਦ ਕੇ ਕੁਲੀਨ ਵਰਗ ਵਿੱਚ ਸਥਾਨ ਪ੍ਰਾਪਤ ਕਰ ਸਕਦੇ ਸਨ, ਪਰੰਤੂ ਇਸ ਦੇ ਬਾਅਦ ਉਹਨਾਂ ਨੂੰ ਇਹ ਸੁਵਿਧਾ ਨਹੀਂ ਰਹੀ। ਅਜਿਹੀ ਸਥਿਤੀ ਵਿੱਚ ਉਹ ਉੱਚ ਵਰਗ ਦੇ ਪ੍ਰਤੀ ਈਰਖਾਲੂ ਹੋ ਉੱਠੇ। ਉਹ ਉਹਨਾਂ ਨੂੰ ਆਪਣੀ ਸਮਾਜਿਕ ਅਤੇ ਰਾਜਨੀਤਿਕ ਉੱਨਤੀ ਦੀ ਰਾਹ ਵਿੱਚ ਬਾਧਾ ਸਮਝਣ ਲੱਗ ਪਏ ਅਤੇ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਉਹਨਾਂ ਨੇ ਫਰਾਂਸ ਦੀ ਰਾਜ ਕ੍ਰਾਂਤੀ ਵਿੱਚ ਭਾਗ ਲਿਆ। ਬਾਅਦ ਵਿੱਚ ਤਾਂ ਉਹਨਾਂ ਨੇ ਕ੍ਰਾਂਤੀ ਦੀ ਅਗਵਾਈ ਹੀ ਸੰਭਾਲ ਲਈ। ਕੁਝ ਇਤਿਹਾਸਕਾਰ ਤਾਂ ਫਰਾਂਸ ਦੀ ਕ੍ਰਾਂਤੀ ਨੂੰ ਮੱਧ ਵਰਗ ਦੀ ਕ੍ਰਾਂਤੀ ਵੀ ਮੰਨਦੇ ਹਨ। ਅਗਲਾ ਕਾਰਨ ਹੈ ਮਜ਼ਦੂਰ ਵਰਗ ਦੀ ਦਇਨੀਏ ਜਾਂ ਤਰਸਯੋਗ ਦਸ਼ਾ। ਫਰਾਂਸ ਵਿੱਚ ਵੀ ਇੰਗਲੈਂਡ ਦੀ ਤਰ੍ਹਾਂ ਉਦਯੋਗਿਕ ਕ੍ਰਾਂਤੀ ਸ਼ੁਰੂ ਹੋ ਚੁੱਕੀ ਸੀ। ਇਹਨਾਂ ਉਦਯੋਗਾਂ ਵਿੱਚ 25 ਲੱਖ ਦੇ ਕਰੀਬ ਮਜ਼ਦੂਰ ਕੰਮ ਕਰਦੇ ਸਨ, ਪਰੰਤੂ ਉਹਨਾਂ ਦੀ ਦਸ਼ਾ ਬਹੁਤ ਹੀ ਸੋਚਣਯੋਗ ਸੀ। ਉਹਨਾਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਸੀ ਅਤੇ ਕੰਮ ਦਾ ਸਮਾਂ ਵੀ ਬਹੁਤ ਜ਼ਿਆਦਾ ਸੀ। ਸਰਕਾਰ ਇਸ ਵਰਗ ਦੀ ਤਕਲੀਫਾਂ ਵੱਲ ਕੋਈ ਧਿਆਨ ਨਹੀਂ ਦਿੰਦੀ ਸੀ, ਕਿਉਂਕਿ ਇਹ ਵਰਗ ਨਗਰਾਂ ਵਿੱਚ ਰਹਿੰਦਾ ਸੀ। ਇਸ ਲਈ ਇਹਨਾਂ ਦੇ ਵਿੱਚ ਰਾਜਨੀਤਿਕ ਚੇਤਨਾ ਸੀ। ਸਿੱਟੇ ਵਜੋਂ ਕ੍ਰਾਂਤੀ ਦੀ ਸ਼ੁਰੂਆਤ ਹੋਣ 'ਤੇ ਇਸ ਵਰਗ ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅਗਲਾ ਸਮਾਜਿਕ ਕਾਰਨ ਹੈ ਗਹਿਰੇ ਸਮਾਜਿਕ ਭੇਦਭਾਵ ਅਤੇ ਆਪਸੀ ਤਣਾਅ। ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਫਰਾਂਸੀਸੀ ਸਮਾਜ ਵਿੱਚ ਬੜੇ ਗਹਿਰੇ ਭੇਦਭਾਵ ਪੈਦਾ ਹੋ ਚੁੱਕੇ ਸਨ, ਜਿਸ ਨੇ ਸਮਾਜਿਕ ਤਣਾਅ ਨੂੰ ਬਹੁਤ ਵਧਾ ਦਿੱਤਾ ਸੀ। ਇਸ ਦਾ ਕਾਰਨ ਇਹ ਸੀ ਕਿ ਜਿੱਥੇ ਵੱਡੇ ਵੱਡੇ ਜਾਗੀਰਦਾਰ ਅਮੀਰ ਹੋਣ ਦੇ ਕਾਰਨ ਵਿਲਾਸਪੂਰਨ ਜੀਵਨ ਜੀਂਦੇ ਸਨ, ਉੱਥੇ ਪਿੰਡਾਂ ਵਿੱਚ ਵਸਣ ਵਾਲੇ ਛੋਟੇ ਭੂਮੀਪਤੀ ਅਤੇ ਕਿਸਾਨ ਮੁਸ਼ਕਿਲ ਤੋਂ ਜੀਵਨ ਯਾਪਨ ਕਰਦੇ ਸਨ। ਇਸੇ ਤਰ੍ਹਾਂ ਚਰਚ ਦੇ ਮਹੰਤ ਤਾਂ ਅਮੀਰ ਸਨ ਅਤੇ ਖੁਸ਼ਹਾਲ ਸਨ, ਪਰੰਤੂ ਦਿਹਾਤਾਂ ਵਿੱਚ ਵਸਣ ਵਾਲੇ ਪਾਦਰੀ ਗਰੀਬ ਸਨ। ਐਸੀ ਸਮਾਜਿਕ ਸਮੱਸਿਆ ਦਾ ਇੱਕ ਹੋਰ ਪਹਿਲੂ ਇਹ ਸੀ
ਕਿ ਕੁਲੀਨ ਵਰਗ ਦੇ ਮੈਂਬਰ ਮੱਧ ਵਰਗ ਦੇ ਕਿਸੇ ਵੀ ਵਿਅਕਤੀ ਨੂੰ, ਭਲੇ ਉਹ ਅਮੀਰ ਵਪਾਰੀ ਜਾਂ ਉਦਯੋਗਪਤੀ ਹੀ ਕਿਉਂ ਨਾ ਹੋਵੇ, ਉਸ ਦੀ ਉੱਚੇ ਅਹੁਦੇ 'ਤੇ ਨਿਯੁਕਤੀ ਪਸੰਦ ਨਹੀਂ ਕਰਦੇ ਸਨ। ਕੁੱਲ ਮਿਲਾ ਕੇ ਫਰਾਂਸ ਦਾ ਸਮਾਜਿਕ ਢਾਂਚਾ ਇਸ ਕਹਾਵਤ ਦੇ ਬਿਲਕੁਲ ਅਨੁਕੂਲ ਸੀ ਜੋ ਫਰਾਂਸ ਦੇ ਲੋਕ ਬੋਲਦੇ ਸਨ ਕਿ ਕੁਲੀਨ ਲੜਦੇ ਹਨ, ਪਾਦਰੀ ਪ੍ਰਾਰਥਨਾ ਕਰਦੇ ਹਨ, ਰਾਜਾ ਮੌਜ ਉਡਾਉਂਦੇ ਹਨ ਅਤੇ ਜਨਤਾ ਕਰ ਦਿੰਦੀ ਹੈ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅਗਲੀ ਕਲਾਸ ਵਿੱਚ ਐਸੇ ਪ੍ਰਸ਼ਨ ਨੂੰ ਅੱਗੇ ਜਾਰੀ ਰੱਖਦੇ ਹੋਏ ਅਸੀਂ ਆਰਥਿਕ ਕਾਰਨਾਂ ਦੀ ਚਰਚਾ ਕਰਾਂਗੇ। ਕੁਐਸਚਨ ਇੰਪੋਰਟੈਂਟ ਹੋਣ ਦੇ ਕਾਰਨ ਤੁਸੀਂ ਇਸ ਦੇ ਨੋਟਸ ਨਾਲ ਹੀ ਬਣਾਉਂਦੇ ਰਹੋ। ਅਗਲੀ ਕਲਾਸ ਵਿੱਚ ਫਿਰ ਮਿਲਦੇ ਹਾਂ। ਬਹੁਤ ਬਹੁਤ ਧੰਨਵਾਦ।